ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਸੱਚ ਬੋਲਣ ਦੀ ਸ਼ਕਤੀ ਕੀ ਹੁੰਦੀ ਆ, ਇਸ ਦੇ ਉੱਪਰ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ। ਵੈਸੇ ਆਪਾਂ ਦੇਖਦੇ ਹਾਂ ਕਿ ਇਹ ਜਿਹੜਾ ਸਾਰਾ ਬ੍ਰਹਿਮੰਡ ਦਾ ਪਸਾਰਾ ਹੈਗਾ, ਇਹ ਜਿਹੜਾ ਸਾਰਾ ਪਸਾਰਾ ਹੈ ਨਾ, ਵਾਹਿਗੁਰੂ ਨੇ 4 ਯੁੱਗਾਂ ਦੇ ਵਿੱਚ ਜਿਹੜਾ ਹੈ ਨਾ ਸਾਰਾ ਵੰਡਿਆ ਹੋਇਆ। ਹਰੇਕ ਯੁੱਗ ਦਾ ਵਰਤਾਰਾ ਵੱਖੋ ਵੱਖਰਾ, ਪਰ ਕਲਯੁੱਗ ਦਾ ਜਿਹੜਾ ਵਰਤਾਰਾ ਹੈ ਨਾ, ਇਹ ਸਭ ਤੋਂ ਅਲੱਗ ਹੈ। ਕਿਉਂਕਿ ਅਸੀਂ ਦੇਖੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਦੇ ਵਿੱਚ ਅਗਰ ਉਹਨਾਂ ਦੇ ਦਰਸ਼ਨ ਕਰਦੇ ਹਾਂ ਤਾਂ ਭਾਈ ਵਾਲੇ ਜੀ ਦੀ ਜਨਮ ਸਾਖੀ ਦੇ ਵਿੱਚ ਇਹ ਸਾਨੂੰ ਸਧਾਰਨੀ ਗਿਆਨ ਪ੍ਰਾਪਤ ਹੋ ਜਾਂਦਾ ਕਿ ਜਦੋਂ ਕਲਯੁੱਗ ਦੀ ਜਿਹੜੀ ਸਾਖੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਹੋਈ ਸੀ ਅਤੇ ਉਸ ਟਾਈਮ ਕਲਯੁੱਗ ਨੇ ਇੱਕ ਪਹਾੜ ਜਿੱਡਾ ਬੜਾ ਭਿਆਨਕ ਰੂਪ ਧਾਰਨ ਕੀਤਾ ਸੀਗਾ ਅਤੇ ਬਹੁਤ ਸਾਰੀਆਂ ਹਨੇਰੀਆਂ, ਝੱਖੜਾਂ ਅਤੇ ਪੱਥਰਾਂ ਦੀ ਵਰਖਾ ਕੀਤੀ ਸੀਗੀ। ਜਦੋਂ ਉਹ ਜਿਹੜਾ ਸੀਗਾ ਉਹ ਇੰਨਾ ਭਿਆਨਕ ਰੂਪ ਧਾਰ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਆਇਆ ਸੀਗਾ, ਉਹਨੇ ਇਸ ਕਰਕੇ ਭਿਆਨਕ ਰੂਪ ਧਾਰਨ ਕੀਤਾ ਸੀਗਾ ਕਿ ਮੇਰੇ ਰਾਜ ਦੇ ਵਿੱਚ ਐਡਾ ਵੱਡਾ ਜਿਹੜਾ ਨਾ ਬਲੀ, ਪੀਰ, ਔਲੀਆ, ਪਕੰਬਰ, ਗੁਰੂ ਜਿਹੜੇ ਹੈਗੇ ਆ, ਇਹ ਕੌਣ ਆ ਗਏ ਇਸ ਧਰਤੀ ਦੇ ਉੱਤੇ ਜਿਹੜੇ ਮੇਰੇ ਰਾਜ ਦੇ ਵਿੱਚ ਵਿਘਨ ਪਾ ਰਹੇ ਆ, ਦੁਨੀਆ ਨੂੰ ਸੱਚ ਦਾ ਗਿਆਨ ਦੇ ਰਿਹਾ, ਸੱਚ ਦਾ ਉਪਦੇਸ਼ ਦੇ ਰਿਹਾ। ਤਾਂ ਪਰ ਇਸ ਭਿਆਨਕ ਰੂਪ ਦੇ ਵਿੱਚ ਕਲਯੁੱਗ ਨੇ ਆਪਣੇ ਹੱਥ ਦੇ ਵਿੱਚ ਇੱਕ ਪਾਸੇ ਜਿੱਥੇ ਲਿੰਗ ਫੜਿਆ ਹੋਇਆ ਸੀ ਮਨੁੱਖੀ, ਅਤੇ ਦੂਸਰੇ ਪਾਸੇ ਉਹਨੇ ਇੱਕ ਮਨੁੱਖੀ ਜੀਭ ਵੀ ਫੜੀ ਹੋਈ ਸੀ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਨੂੰ ਇਸ ਤਰ੍ਹਾਂ ਆਉਂਦਾ ਦੇਖਿਆ ਅਤੇ ਉਹਦਾ ਇਹ ਭਿਆਨਕ ਰੂਪ ਦੇਖ ਕੇ ਆਪ ਭਾਈ ਮਰਦਾਨਾ ਜੀ ਨੇ ਜਿਹੜੀ ਸੀਗੀ ਆਪਣੇ ਮੂੰਹ ਦੇ ਉੱਤੇ ਚਾਦਰ ਵੀ ਲੈ ਲਈ ਸੀਗੀ। ਇਹ ਜਨਮ ਸਾਖੀ ਦੇ ਵਿੱਚ ਜਿਹੜਾ ਹੈ ਨਾ ਉਹ ਲਿਖਿਆ ਹੋਇਆ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇੰਨਾ ਜਿਹੜਾ ਭਿਆਨਕ ਰੂਪ, ਉਹਦਾ ਇੰਨਾ ਭਿਆਨਕ ਤੇਜ ਡਰਾਉਣਾ ਦੇ ਕੇ ਆਮ ਇਨਸਾਨ ਜਿਹੜਾ ਕੰਬ ਜਾਂਦਾ। ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਨਿਰੰਕਾਰ ਨੇ ਉਹਨਾਂ ਨੂੰ ਇਹ ਪੁੱਛਿਆ ਸੀਗਾ ਕਿ ਤੂੰ ਇਸ ਤਰ੍ਹਾਂ ਦਾ ਜਿਹੜਾ ਇੰਨਾ ਭਿਆਨਕ ਰੂਪ ਧਾਰ ਕੇ ਅਤੇ ਹੱਥ ਦੇ ਵਿੱਚ ਕੀ ਫੜਿਆ ਹੋਇਆ ਹੈ, ਤਾਂ ਫਿਰ ਕਲਯੁੱਗ ਨੇ ਦੱਸਿਆ ਸੀਗਾ ਕਿ ਮੇਰਾ ਰਾਜ ਜਿਹੜਾ ਹੈਗਾ ਉਹ ਹੈ, ਅਤੇ ਇਸ ਰਾਜ ਦੇ ਵਿੱਚ 2 ਤਰ੍ਹਾਂ ਦੇ ਵਰਤਾਰੇ ਹੋਣਗੇ। ਇੱਕ ਕੀ ਹੈ, ਜਿਹੜਾ ਲਿੰਗ ਉਹ ਇਸ ਗੱਲ ਦਾ ਸੰਕੇਤ ਹੈਗਾ ਕਿ ਇਸ ਦੁਨੀਆ ਦੇ ਅੰਦਰ ਕਾਮ ਵਾਸ਼ਨਾ ਜਿਹੜੀ ਹੈਗੀ ਆ, ਉਹ ਸਭ ਤੋਂ ਵੱਧ ਜਿਹੜੀ ਹੈ ਨਾ ਉਹ ਪ੍ਰਬਲ ਸ਼ਕਤੀ ਦੇ ਰੂਪ ਦੇ ਵਿੱਚ ਉੱਭਰੂਗੀ। ਅਤੇ ਦੂਸਰਾ ਉਹਨੇ ਦੱਸਿਆ ਸੀਗਾ ਕਿ ਜਿਹੜੇ ਲੋਕੀ ਆ, ਸੰਸਾਰ ਦੇ ਜਿੰਨੇ ਵੀ ਜੀਵ ਆ ਨਾ, ਉਹ ਝੂਠ ਦੇ ਮੁਹਤਾਜ ਰਹਿਣਗੇ, ਝੂਠ ਬੋਲਣਗੇ, ਤਾਂ ਫਿਰ ਉਹ ਲੋਕੀ ਜਿਹੜੇ ਸੰਸਾਰ ਹਨ ਇਸ ਝੂਠ ਦੇ ਵਿੱਚ ਆਪਣੇ ਜੀਵਨ ਨੂੰ ਸੁਖੀ ਰੱਖਣਗੇ। ਜਦੋਂ ਇਹ ਜਿਹੜੀਆਂ ਗੱਲਾਂ ਸੀਗੀਆਂ ਕਲਯੁੱਗ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੀਆਂ ਸੀਗੀਆਂ, ਤਾਂ ਫਿਰ ਦੇਖੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾਣੀ ਕਿ ਇਸ ਕਲਯੁੱਗ ਦੇ ਵਰਤਾਰੇ ਨੂੰ ਆਪ ਵੀ ਜਿਹੜਾ ਹੈ ਨਾ ਗੁਰਬਾਣੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਦੱਸਿਆ ਹੈਗਾ ਕਿ ਕਲਯੁੱਗ ਰਥ ਅਗਨ ਕਾ ਕੂੜ ਅੱਗੇ ਰਥ ਵਾਹੋ, ਕਿ ਕਲਯੁੱਗ ਜਿਹੜਾ ਹੈ ਨਾ ਉਹ ਅਗਨੀ ਦਾ ਰਥ ਹੈ। ਕਾਮ ਵਾਸ਼ਨਾ ਵਿਸ਼ੇ ਵਿਕਾਰਾਂ ਦੇ ਵਿੱਚ ਜਿਹੜਾ ਹੈਗਾ ਇਹਦਾ ਵਰਤਾਰਾ ਚੱਲ ਰਿਹਾ ਹੈ, ਅਤੇ ਇਸ ਵਰਤਾਰੇ ਦੇ ਵਿੱਚ ਜਿਹੜਾ ਇਸ ਦਾ ਰਥਵਾਨ ਹੈ ਉਹ ਹੈ ਝੂਠ। ਸੋ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪੈਰ ਪੈਰ 'ਚ ਝੂਠ ਬੋਲਣਾ, ਹਰੇਕ ਗੱਲ ਦੇ ਵਿੱਚ ਝੂਠ ਬੋਲਣਾ, ਇਹ ਗੱਲ ਜਿਹੜੀ ਹੈ ਨਾ ਸਿੱਧ ਕਰਦੀ ਕਿ ਇਹ ਸਾਰਾ ਕੁਛ ਜਿਹੜਾ ਹੈ ਨਾ ਕਲਯੁੱਗ ਦੇ ਰਾਜ ਦੇ ਵਿੱਚ ਜਿਹੜਾ ਹੈਗਾ ਉਹ ਆਮ ਗੱਲ ਹੋ ਗਈ। ਪਰ ਅੱਜ ਦਾਸ ਜਿਹੜਾ ਆਪ ਸਾਰੀਆਂ ਸੰਗਤਾਂ ਦੇ ਨਾਲ ਇਸ ਦੀ ਗੱਲ ਨੂੰ ਸਾਂਝਾ ਕਰਦਾ ਕਿ ਸੱਚ, ਜਿਹੜੇ ਇਨਸਾਨ ਸੱਚ ਬੋਲਦੇ ਆ, ਸੱਚ ਬੋਲਣ ਵਾਲਿਆਂ ਦੀ ਸ਼ਕਤੀ ਜਿਹੜੀ ਆ ਕਿੱਡਾ ਕੁ ਅਸਰ ਰੱਖਦੀ ਆ, ਇਹਦੀ ਤਿਲ ਮਾਤਰ ਵਿਚਾਰ ਆਪ ਸੰਗਤ ਨਾਲ ਸਾਂਝਾ ਕਰਦਾ। ਅਗਰ ਆਪਾਂ ਥੋੜ੍ਹੀ ਜਿਹੀ ਨਾ ਪੁਰਾਤਨ ਯੁੱਗਾਂ ਦੇ ਉੱਤੇ ਗੱਲ ਮਾਰੀਏ, ਪੁਰਾਤਨ ਯੁੱਗਾਂ ਨੂੰ ਦੇਖੀਏ, ਅਤੇ ਪੁਰਾਤਨ ਯੁੱਗਾਂ ਦੇ ਵਿੱਚ ਹਰੇਕ ਜੀਵ ਕਿਸੇ ਨਾ ਕਿਸੇ ਨਿਯਮ ਕਾਨੂੰਨ ਦੇ ਵਿੱਚ ਜਿਹੜਾ ਪ੍ਰਧਾਨ ਮੰਨਿਆ ਜਾਂਦਾ ਸੀਗਾ। ਜਿਵੇਂ ਅਰਜਨ ਜਿਹੜਾ ਸੀਗਾ ਉਹ ਤੀਰ ਕਮਾਨ ਦੇ ਵਿੱਚ ਪ੍ਰਧਾਨ ਸ੍ਰੇਸ਼ਟ ਮੰਨਿਆ ਗਿਆ, ਅਤੇ ਭੀਮ ਉਹ ਗਦੇ ਦੇ ਵਿੱਚ ਮੰਨਿਆ ਗਿਆ, ਅਤੇ ਇਸ ਤਰ੍ਹਾਂ ਜਿਹੜਾ ਯੁਧਿਸ਼ਠਿਰ ਸੀਗਾ ਉਹ ਸੱਚ ਬੋਲਣ ਦੇ ਵਿੱਚ ਪ੍ਰਧਾਨ ਜਿਹੜਾ ਉਹਨਾਂ ਯੁੱਗਾਂ 'ਚ ਮੰਨਿਆ ਗਿਆ ਸੀਗਾ। ਪਰ ਦੇਖੋ ਯੁਧਿਸ਼ਠਿਰ ਦੇ ਸੱਚ ਬੋਲਣ ਦੇ ਉੱਤੇ ਉਹਦਾ ਜਿਹੜਾ ਪ੍ਰਭਾਵ ਇੰਨਾ ਸੀਗਾ ਕਿ ਜੋ ਗੱਲ ਕਹਿੰਦਾ ਸੀਗਾ ਸਭ ਉਹਦੀ ਗੱਲ ਨੂੰ ਮੰਨਦੇ ਸੀਗੇ ਕਿ ਬਸ ਸੂਰਜ ਜਿਹੜਾ ਇੱਧਰੋਂ ਤੋਂ ਉੱਧਰ ਹੋ ਸਕਦਾ ਹੈਗਾ, ਪਰ ਯੁਧਿਸ਼ਠਿਰ ਦੀ ਕਹੀ ਹੋਈ ਗੱਲ ਝੂਠੀ ਨਹੀਂ ਹੋ ਸਕਦੀ। ਵਾਕਿਆ ਉਹਦੇ ਸੱਚ ਬੋਲਣ ਨੇ ਆਪ ਮਹਾਭਾਰਤ ਦੇ ਵਿੱਚ ਇਹ ਅਸਰ ਜਿਹੜਾ ਦਿਖਾਇਆ ਸੀਗਾ, ਜਦੋਂ ਕ੍ਰਿਸ਼ਨ ਭਗਵਾਨ ਦੇ ਕਹੇ ਦੇ ਉੱਤੇ ਯੁਧਿਸ਼ਠਿਰ ਨੇ ਇਹ ਬੋਲੇ ਸੀਗੇ ਕਿ ਜਿਹੜਾ ਅਸ਼ਟਮਥਾਮਾ ਹੈ ਨਾ ਉਹ ਮਰ ਗਿਆ ਹੈਗਾ, ਪਰ ਨਾਲ ਹੌਲੀ ਦੇਣੀ ਕਹਿਤਾ ਸੀਗਾ ਕਿ ਹਾਥੀ, ਕਿਉਂਕਿ ਇੱਕ ਅਸ਼ਟਮਥਾਮਾ ਜਿਹੜਾ ਯੋਧਾ ਸੀਗਾ ਬੜਾ ਭਾਰਾ, ਬਹੁਤ ਬਲੀ ਸੀਗਾ, ਅਤੇ ਦੂਸਰੇ ਪਾਸੇ ਇੱਕ ਹਾਥੀ ਦਾ ਨਾਮ ਵੀ ਅਸ਼ਟਮਥਾਮਾ ਜਿਹੜਾ ਸੀ ਉਹਨਾਂ ਟਾਈਮਾਂ 'ਚ ਰੱਖਿਆ ਸੀਗਾ। ਪਰ ਹੌਲੀ ਦਿਨ ਜਦੋਂ ਬਲੀ ਗਿਆ, ਪਰ ਇਹ ਗੱਲ ਜਦੋਂ ਉਸ ਯੁੱਧ ਦੇ ਵਿੱਚ ਸਾਰੇ ਜਿੰਨੇ ਵੀ ਯੁੱਧ ਲੜਨ ਵਾਲੇ ਸੈਨਿਕ ਸੀ, ਜਦ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਸੀਗਾ, ਅਤੇ ਉਹਨਾਂ ਦਾ ਜਿਹੜੇ ਹੌਸਲੇ ਸੀਗੇ ਉਹ ਸਾਰੇ ਜਿਹੜੇ ਸੀਗੇ ਉਹ ਢਹਿ ਢੇਰੀ ਹੋ ਗਏ ਸੀ, ਅਤੇ ਇਹ ਰੌਲਾ ਪੈ ਗਿਆ ਸੀਗਾ ਕਿ ਅਸ਼ਟਮਥਾਮਾ ਮਾਰਿਆ ਗਿਆ, ਅਸ਼ਟਮਥਾਮਾ ਮਾਰਿਆ ਗਿਆ।
ਜਿਹਦੇ ਨਾਲ ਜਿਹੜੇ ਸੀ ਕੌਰਵਾਂ ਦਾ ਜਿਹੜਾ ਬਲ ਸੀਗਾ ਹੈ ਨਾ ਉਹ ਬਲਹੀਨ ਹੋ ਗਿਆ ਸੀਗਾ, ਢਹਿ ਢੇਰੀ ਹੋ ਗਿਆ ਸੀ। ਭਾਵ ਕੀ ਆ ਕਿ ਉਸ ਨੇ ਹੈ ਨਾ ਜਿਹੜੀ ਯੁੱਧ ਦੀ ਕੌਰਵਾਂ ਦੀ ਜਿਹੜੀ ਚੜ੍ਹਤ ਸੀਗੀ ਉਹਨੂੰ ਬਿਲਕੁਲ ਜਿਹੜਾ ਸੀਗਾ ਥੱਲੇ ਭੁੰਜੇ ਲਾਤਾ ਸੀ। ਭਾਵ ਕੀ ਆ ਕਿ ਇੱਕ ਸੱਚ ਬੋਲਣ ਦੀ ਸ਼ਕਤੀ ਦੇ ਵਿੱਚ ਐਡਾ ਭਾਰੀ ਜਿਹੜਾ ਹੈ ਨਾ ਉਹ ਬਲ ਹੈਗਾ, ਐਡੀ ਭਾਰੀ ਤਾਕਤ ਹੈਗੀ ਆ ਕਿ ਐਡੇ ਵੱਡੇ ਯੁੱਧ ਨੂੰ ਵੀ ਜਿਹੜੀ ਹੈ ਨਾ ਉਹਦੇ ਵਿੱਚ ਉਹ ਰਣਨੀਤੀ ਦੇ ਰੂਪ ਦੇ ਵਿੱਚ ਵਰਤੀ ਸੱਚ ਦੀ ਬੋਲਣ ਦੀ ਕਲਾ ਜਿਹੜੀ ਹੈ ਉਹ ਆਪਣਾ ਅਸਰ ਰੱਖਦੀ ਆ। ਜਿਵੇਂ ਮਹਾਭਾਰਤ ਦੇ ਯੁੱਧ ਦੇ ਵਿੱਚ ਯੁਧਿਸ਼ਠਰ ਨੇ ਜਿਹੜਾ ਸੀ ਉਹ ਝੂਠ ਬੋਲਿਆ ਸੀਗਾ, ਜਿਹਨੂੰ ਕ੍ਰਿਸ਼ਨ ਭਗਵਾਨ ਨੇ ਕਿਹਾ ਸੀਗਾ ਕਿ ਤੈਨੂੰ ਇਹ ਬੋਲਣਾ ਪੈਣਾ ਹੈ। ਪਰ ਜਦੋਂ ਯੁਧਿਸ਼ਠਰ ਨੇ ਕਿਹਾ ਤਾਂ ਸੀਗਾ ਕਿ ਮੈਂ ਜ਼ਿੰਦਗੀ ਦੇ ਵਿੱਚ ਆਪਣੇ ਕਾਨੂੰਨ ਦੇ ਵਿੱਚ ਕਦੀ ਝੂਠ ਨਹੀਂ ਬੋਲਿਆ, ਪਰ ਫਿਰ ਕ੍ਰਿਸ਼ਨ ਭਗਵਾਨ ਨੇ ਆਖਿਆ ਸੀਗਾ ਕਿ ਜਿਹੜਾ ਝੂਠ ਜਿਹੜਾ ਹੈ ਨਾ ਉਹ ਕਿਸੇ ਦੀ ਜਾਨ ਬਚਾ ਸਕਦਾ ਹੈਗਾ, ਕਿਸੇ ਦੀ ਰੱਖਿਆ ਕਰ ਸਕਦਾ ਹੈਗਾ, ਅਤੇ ਉਹ ਝੂਠ ਫਿਰ 100 ਸੱਚ ਦੇ ਬਰਾਬਰ ਹੈ। ਦੇਖੋ ਜਿਸ ਕਰਕੇ ਫਿਰ ਇਹ ਯੁਧਿਸ਼ਠਰ ਨੂੰ ਇਹ ਕਹਿਣਾ ਪੈਗਾ ਸੀਗਾ ਕਿ ਜਿਹੜਾ ਅਸ਼ਟਮਥਾਮਾ ਯੋਧਾ ਹੈਗਾ ਉਹ ਮਾਰਿਆ ਗਿਆ, ਜਦ ਕਿ ਯੋਧਾ ਲਫ਼ਜ਼ ਨਹੀਂ ਸੀ ਕਿਹਾ, ਬਸ ਇੰਨਾ ਹੀ ਕਿਹਾ ਸੀਗਾ ਕਿ ਅਸ਼ਟਮਥਾਮਾ ਜਿਹੜਾ ਮਾਰਿਆ ਗਿਆ, ਅਤੇ ਨਾਲ ਹੌਲੀ ਦਿਨ ਕਹਿਤਾ ਸੀ ਹਾਥੀ। ਅਤੇ ਪਰ ਯੁੱਧ ਦੀ ਜਿਹੜੀ ਸਾਰੀ ਦਸ਼ਾ ਸੀਗੀ ਹੈ ਨਾ ਉਹ ਯਕਦਮ ਜਿਹੜੀ ਸੀ ਉਹ ਬਦਲ ਗਈ ਸੀਗੀ। ਸੋ ਇਹ ਤਾਂ ਹੈਗੇ ਪੁਰਾਤਨ ਸਮੇਂ ਦੇ ਵਿੱਚ। ਹੁਣ ਦੇਖੋ ਬੜੀਆਂ ਗੁਰਮੁਖ ਰੂਹਾਂ ਹੁੰਦੀਆਂ ਜਿਹੜੀਆਂ ਸੱਚ ਦੇ ਉੱਤੇ ਪਹਿਰਾ ਦਿੰਦੀਆਂ, ਜਿਹੜੀਆਂ ਨਿਰੋਲ ਸੱਚ ਬੋਲਦੀਆਂ, ਅਤੇ ਨਿਰੋਲ ਸੱਚ ਬੋਲਣ ਵਾਲਿਆਂ ਦੀ ਜਿਹੜੀ ਸ਼ਕਤੀ ਆ ਨਾ ਉਹਨਾਂ ਦੀ ਰਸਨਾ ਦੇ ਵਿੱਚ ਐਡੀ ਭਾਰੀ ਆ ਜਾਂਦੀ ਆ ਕਿ ਅਗਰ ਉਹ ਕਿਸੇ ਨੂੰ ਕੋਈ ਗੱਲ ਕਹਿ ਵੀ ਦੇਣ ਹੈ ਨਾ ਅਤੇ ਉਹਨਾਂ ਦੀ ਕਹੀ ਹੋਈ ਗੱਲ ਨੂੰ ਕੋਈ ਪਲਟਾ ਨਹੀਂ ਸਕਦਾ, ਕੋਈ ਉਲਟਾ ਨਹੀਂ ਸਕਦਾ। ਇਹ ਸੱਚ ਦੀ ਸ਼ਕਤੀ ਆ। ਅਤੇ ਗੁਰਬਾਣੀ ਨੇ ਤਾਂ ਇੱਥੋਂ ਤੱਕ ਦੱਸ ਦਿੱਤਾ ਕਿ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ, ਕਿ ਸੱਚ ਜਿਹੜਾ ਨਾ ਹਰੇਕ ਚੀਜ਼ ਦਾ ਦਾਰੂ ਆ, ਹੱਲ ਹੈ। ਕਿਉਂਕਿ ਜਿਹੜੇ ਇਨਸਾਨ ਜਾਂ ਗੁਰਮੁਖ ਪਿਆਰੇ ਜਿਨ੍ਹਾਂ ਦੀ ਗਿਣਤੀ ਜਿਹੜੀ ਆ ਬਿਲਕੁਲ ਨਾ ਮਾਤਰਾ ਦੇ ਬਰਾਬਰ ਹੁੰਦੀ ਆ, ਉਹਨਾਂ ਦੀ ਕਹੀ ਹੋਈ ਗੱਲ ਜਿਹੜੀ ਹੈ ਨਾ ਵਜ਼ਨ ਰੱਖਦੀ। ਸੱਚ ਬੋਲਣ ਵਾਲੇ ਦੇ ਅੰਦਰ ਜਿਹੜਾ ਸਿਦਕ ਅਤੇ ਦ੍ਰਿੜਤਾ ਹੁੰਦੀ ਆ ਉਹ ਆਮ ਇਨਸਾਨਾਂ ਦੇ ਵਿੱਚ ਨਹੀਂ ਹੁੰਦੀ, ਕਿਉਂਕਿ ਗੁਰਬਾਣੀ ਨੇ ਕਿ ਸੱਤ ਸੁਹਾਨ ਸਦਾ ਮਨ ਚਾਓ। ਜਿਹਦੇ ਅੰਦਰ ਸੱਚ ਵਾ ਨਾ ਬਸ ਉਹ ਜਿਹੜਾ ਆਦਮੀ ਹੁੰਦਾ ਸੁਹਾਨ ਹੁੰਦਾ ਹੈ, ਸੁੰਦਰ ਹੁੰਦਾ ਹੈ, ਅਤ ਸੁੰਦਰ ਹੁੰਦਾ, ਮਨ ਕਰਕੇ ਵੀ ਅਤੇ ਬਾਹਰ ਤਨ ਕਰਕੇ ਵੀ। ਅਤੇ ਉਹਦੇ ਅੰਦਰ ਹਮੇਸ਼ਾ ਜਿਹੜਾ ਹੈ ਨਾ ਚਾਓ ਅਤੇ ਉਮੰਗ ਭਰਿਆ ਰਹਿੰਦਾ, ਖੁਸ਼ੀ ਖੇੜਾ ਜਿਹੜਾ ਹੈ ਨਾ ਅੱਠੇ ਪੈਰ ਉਹਦੇ ਅੰਦਰ ਰਹਿੰਦੀ, ਉਹਦਾ ਜਿਹੜਾ ਮਨ ਹੈ ਨਾ ਵਿਕਸਦਾ ਰਹਿੰਦਾ। ਕਿਉਂਕਿ ਸੱਚ ਬੋਲਣ ਵਾਲਾ ਜਿਹੜਾ ਹੈ ਨਾ ਉਹ ਆਪਣੀ ਦੁਨੀਆ ਦੇ ਵਿੱਚ ਵਾਹਿਗੁਰੂ ਦਾ ਰੂਪ ਹੀ ਬਣ ਜਾਂਦਾ ਹੈ। ਜਿਵੇਂ ਪਰਮੇਸ਼ਰ ਆਦਿ ਸੱਚ ਨੇ, ਜੁਗਾਦ ਸੱਚ, ਅਤੇ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਸੇ ਕਰਕੇ ਜਿਹੜੇ ਸੱਚ ਦੇ ਉੱਤੇ ਪਹਿਰਾ ਦਿੰਦੇ ਉਹ ਸੱਚ ਦਾ ਹੀ ਰੂਪ ਹੋ ਜਾਂਦੇ ਆ। ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਵਾੜ ਛਲ ਨਹੀਂ ਹੁੰਦਾ। ਜਿਹੜੀ ਵੀ ਗੱਲ ਕਹਿੰਦੇ ਆ ਉਹ ਕਦੀ ਪਿੱਠ ਪਿੱਛੇ ਨਹੀਂ ਕਹਿੰਦੇ, ਜਿਹੜੀ ਗੱਲ ਕਹਿਣੀ ਉਹ ਮੂੰਹ 'ਤੇ ਵੀ ਉੱਤੇ ਕਹਿਣ ਦੀ ਵੀ ਜੁਰਤ ਰੱਖਦੇ ਆ। ਕਿਉਂ? ਉਹਨਾਂ ਦੇ ਅੰਦਰ ਸੱਚ ਪ੍ਰਧਾਨ ਹੁੰਦਾ, ਅਤੇ ਸੱਚ ਦੇ ਸਾਹਮਣੇ ਜਿਹੜਾ ਝੂਠ ਹੈ ਕਦੀ ਟਿਕ ਨਹੀਂ ਸਕਦਾ ਹੈ। ਕਿਉਂ? ਝੂਠ ਦੇ ਪੈਰ ਨਹੀਂ ਹੁੰਦੇ, ਅਤੇ ਸੱਚ ਜਿਹੜਾ ਬਿਲਕੁਲ ਹਿਮਾਲਿਆ ਪਰਬਤ ਦੀ ਤਰ੍ਹਾਂ ਅਡੋਲ ਖੜਾ ਰਹਿੰਦਾ ਹੈਗਾ। ਸੋ ਸੱਚ ਤਾਂ ਸੁਮੇਰ ਪਰਬਤ ਦੀ ਤਰ੍ਹਾਂ ਹੈ। ਜਿਵੇਂ ਸੁਮੇਰ ਪਰਬਤ ਦੇ ਉੱਪਰ ਮਹਾਂਪੁਰਖ ਦੱਸਦੇ ਆ ਕਿ ਚਾਹੇ ਉੱਥੇ ਕੋਈ ਜਿਹੜਾ ਹੈਗਾ ਉਸ ਦੇ ਉੱਪਰ ਮੀਂਹ ਦਾ, ਵਰਖਾ ਦਾ ਜਿਹੜਾ ਹੈਗਾ ਉਹ ਅਸਰ ਦਿਖਾਵੇ, ਚਾਹੇ ਅਗਨੀ ਦਾ ਅਸਰ ਦਿਖਾਵੇ, ਚਾਹੇ ਕਿਸੇ ਹੋਰ ਚੀਜ਼ ਦਾ ਅਸਰ ਦਿਖਾਵੇ, ਪਰ ਕੋਈ ਵੀ ਚੀਜ਼ ਜਿਹੜੀ ਨਾ ਸੁਮੇਰ ਪਰਬਤ ਦੇ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਅਤੇ ਇਸੇ ਤਰ੍ਹਾਂ ਜਿਹੜਾ ਸੱਚ ਹੈ ਬੋਲਣ ਵਾਲਾ ਵਿਅਕਤੀ ਹੈਗਾ ਉਹ ਭਾਵੇਂ ਲੱਖਾਂ ਝੂਠਾਂ ਦੇ ਵਿੱਚ ਖੜਾ ਰਹੇ, ਚਾਹੇ ਕੋਈ ਵੀ ਕੋਈ ਯਤਨ ਕਰੇ, ਉਹਦੇ ਮੂਹਰੇ ਕਿਸੇ ਦਾ ਯਤਨ ਟੇਕ ਨਹੀਂ ਸਕਦਾ, ਕਿਉਂਕਿ ਸੱਚ ਆਪ ਪਰਮੇਸ਼ਰ ਹੁੰਦਾ ਹੈਗਾ। ਅਤੇ ਇਸ ਤਰ੍ਹਾਂ ਦੀ ਇੱਕ ਘਟਨਾ ਜਿਹੜੀ ਹੈ ਨਾ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਿੱਖ ਜੱਗ ਦੇ ਅੰਦਰ ਜਿਹੜਾ ਹੈਗਾ ਉਹ ਦੱਸਦਾ ਹੈ ਕਿ ਇੱਕ ਭਾਈ ਜਿਹੜੇ ਵੀਰ ਸਿੰਘ ਹੁੰਦੇ ਸੀ ਨਾ, ਭਾਈ ਵੀਰ ਸਿੰਘ ਹੋਣਾ ਦੇ ਆਪ ਇੱਕ ਨਜ਼ਦੀਕੀ ਕਰੀਬੀ ਇੱਕ ਬੀਬੀ ਰਹਿੰਦੀ ਸੀ। ਜਿਹੜੀ ਬੀਬੀ ਹੁੰਦੀ ਸੀ ਭਾਈ ਵੀਰ ਸਿੰਘ ਹੋਣਾ ਦੀ, ਇਹ ਜਿਹੜੀ ਸੀ ਇਹ ਰਿਸ਼ਤੇ ਦੇ ਵਿੱਚ ਜਿਹੜੀ ਸੀ ਇਹਨਾਂ ਦੀ ਦਾਦੀ ਜੀ ਲੱਗਦੇ ਸੀ। ਸੋ ਇਸ ਕਰਕੇ ਜਿਹੜਾ ਇਹਨਾਂ ਦੇ ਇੱਕ ਖਾਸ ਗੁਣ ਇਹ ਹੁੰਦਾ ਸੀਗਾ ਕਿ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਕਦੀ ਝੂਠ ਨਹੀਂ ਸੀ ਬੋਲਿਆ, ਅਤੇ ਇਹ ਝੂਠ ਦੇ ਉੱਤੇ ਇੰਨੇ ਦ੍ਰਿੜ ਹੁੰਦੇ ਸੀਗੇ ਕਿ ਇਹਨਾਂ ਦਾ ਮਨ ਜਿਹੜਾ ਗੁਰਬਾਣੀ ਦੀਆਂ ਪੰਕਤੀਆਂ ਦੇ ਉੱਤੇ ਹਮੇਸ਼ਾ ਜਿਹੜਾ ਸੀਗਾ ਉਹ ਇਸ ਤਰ੍ਹਾਂ ਪਰੋਇਆ ਹੁੰਦਾ ਸੀ ਕਿ ਸੱਤ ਸੁਹਾਨ ਸਦਾ ਮਨ ਚਾਓ। ਇਸ ਕਰਕੇ ਇਹਨਾਂ ਦੇ ਅੰਦਰ ਜਿਹੜਾ ਹੁੰਦਾ ਉਹ ਸੱਚ ਹਮੇਸ਼ਾ ਪ੍ਰਧਾਨ ਹੁੰਦਾ ਸੀ। ਅਤੇ ਅਗਰ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਵਰਤਾਰੇ ਦੇ ਵਿੱਚ ਕੋਈ ਇਹਨਾਂ ਦਾ ਕੋਈ ਸੱਜਣ ਮਿੱਤਰ ਰਿਸ਼ਤੇਦਾਰ ਜਾਂ ਕੋਈ ਹੋਰ ਜਿਹਨੇ ਵੀ ਜਿਹੜੀ ਸੀ ਇਹਨਾਂ ਦੇ ਕੋਲ ਕਿਸੇ ਝੂਠ ਦੀ ਜਿਹੜੀ ਗੱਲ ਸੀ ਉਹ ਸਾਂਝੀ ਕੀਤੀ ਸੀਗੀ, ਅਤੇ ਅਗਰ ਇਹਨਾਂ ਨੂੰ ਪਤਾ ਲੱਗ ਜਾਂਦਾ ਸੀਗਾ ਕਿ ਇਹ ਗੱਲ ਜਿਹੜੀ ਆ ਫਲਾਣੇ ਸੱਜਣ ਨੇ ਮੇਰੇ ਨਾਲ ਝੂਠੀ ਕੀਤੀ ਆ, ਅਤੇ ਇਹ ਜਿਹੜੇ ਸੀ ਉਹ ਸੱਜਣ ਨੂੰ ਕਦੀ ਨਹੀਂ ਸੀ ਛੱਡਦੇ ਹੁੰਦੇ।
ਤੇ ਉਹਦੇ ਫਿਰ ਸਾਰੀ ਜ਼ਿੰਦਗੀ ਮੱਥੇ ਨਹੀਂ ਸੀ ਲੱਗਦੇ ਹੁੰਦੇ ਕਿ ਇਹਨੇ ਜਿਹੜਾ ਹੈਗਾ ਇਹ ਮੇਰੇ ਨਾਲ ਝੂਠ ਕਿਉਂ ਬੋਲਿਆ ਹੈ, ਇੰਨੇ ਇਹ ਸੱਚ ਦੇ ਸਿਦਕੀ ਹੁੰਦੇ ਸੀ। ਸੋ ਭਾਈ ਸਾਹਿਬ ਹੁਣਾਂ ਦੇ ਜਿਹੜੇ ਦਾਦਾ ਜੀ ਸੀਗੇ ਉਹ ਬਹੁਤ ਉੱਚ ਕੋਟੀ ਦੇ ਜਿਹੜੇ ਸੀਗੇ ਗੁਰਮੁਖ ਪਿਆਰੇ ਸੀਗੇ, ਜਿਵੇਂ ਉਹ ਕਹਿ ਲਓ ਕਿ ਬਹੁਤ ਵੱਡੇ ਵਿਦਵਾਨ ਹੁੰਦੇ ਸੀਗੇ। ਸੋ ਇਸ ਕਰਕੇ ਇਹ ਜਿਹੜੀ ਦੋਨਾਂ ਦੀ ਦਾਦਾ ਤਾਂ ਜਾਂ ਦਾਦੀ ਦਾ ਜਿਹੜਾ ਆਪਸ ਵਿੱਚ ਸੁਭਾਅ ਸੀਗਾ ਹੈ ਨਾ, ਉਹ ਇੰਨਾ ਨਜ਼ਦੀਕੀ ਕਲੋਜ਼ ਰਿਸ਼ਤਾ ਸੀ ਕਿ ਦਾਦੀ ਸੱਚ ਦੇ ਉੱਤੇ ਪਹਿਰਾ ਦਿੰਦੀ ਸੀ ਅਤੇ ਇਹਨਾਂ ਦੇ ਦਾਦਾ ਜੀ ਜਿਹੜੇ ਹੁੰਦੇ ਸੀਗੇ ਉਹ ਗੁਰਮੁਖ ਪਿਆਰੇ ਹੁੰਦੇ ਸੀਗੇ ਅਤੇ ਉਹ ਗੁਰਬਾਣੀ ਦੀ ਕਥਾ ਵਿਚਾਰ ਕਰਦੇ ਹੁੰਦੇ ਸੀ ਅਤੇ ਗੁਰਬਾਣੀ ਦੇ ਬਹੁਤ ਗੂਝ ਜਿਹੜੇ ਰਹੱਸ ਹੁੰਦੇ ਸੀ ਹੈ ਨਾ, ਭੇਦ ਹੁੰਦੇ ਸੀ, ਉਹਨਾਂ ਦੀ ਜਿਹੜੀ ਗੱਲਬਾਤ ਸੀ ਆਮ ਸੰਗਤ ਦੇ ਨਾਲ ਸਾਂਝੀ ਕਰਦੇ ਹੁੰਦੇ ਸੀ। ਇੱਕ ਵਾਰ ਕੀ ਹੋਇਆ ਕਿ ਇਸ ਤਰ੍ਹਾਂ ਹੀ ਹੈ ਨਾ ਦੋਨੇ ਜਾਣੇ ਘਰ ਦੇ ਵਿੱਚ ਬੈਠੇ ਆ, ਜਦ ਘਰ ਦੇ ਵਿੱਚ ਬੈਠੇ ਆ ਅਤੇ ਇਸ ਤਰ੍ਹਾਂ ਗੱਲ ਜਿਹੜੀ ਸੀ ਉਹ ਦੋਨਾਂ ਦੇ ਵਿੱਚ ਇੱਕ ਜਾਣੀ ਕਿ ਇੱਕ ਹਾਸੇ ਦੀ ਤਰ੍ਹਾਂ, ਜਿਵੇਂ ਅਸੀਂ ਘਰਾਂ ਦੇ ਵਿੱਚ ਇੱਕ ਦੂਜੇ ਨਾਲ ਥੋੜ੍ਹਾ ਜਿਹਾ ਹਾਸਾ ਮਜ਼ਾਕ ਕਰਦੇ ਹਾਂ, ਇਸ ਤਰ੍ਹਾਂ ਇਹਨਾਂ ਦੇ ਦਾਦਾ ਜੀ ਨੇ ਇਹਨਾਂ ਦੀ ਦਾਦੀ ਜੀ ਦੇ ਨਾਲ ਇਸ ਤਰ੍ਹਾਂ ਜਿਹੜਾ ਉਹ ਹਾਸਾ ਜਿਹੜਾ ਕੀਤਾ ਸੀਗਾ। ਉਹਦੇ ਵਿੱਚ ਇਹਦੇ ਦਾਦਾ ਜੀ ਕਹਿਣ ਲੱਗੇ ਸੀ, ਕਹਿੰਦੇ ਵੀ ਭਗਵਾਨ ਨੇ ਮੈਨੂੰ ਲੱਗਦਾ ਹੈਗਾ ਕਿ ਮੇਰਾ ਜਿਹੜਾ ਹੈ ਨਾ ਅੰਤ ਸਮਾਂ ਹੁਣ ਬਹੁਤ ਕਰੀਬ ਆਉਣ ਵਾਲਾ ਹੈਗਾ ਅਤੇ ਮੈਂ ਛੇਤੀ ਆਪਣਾ ਜਿਹੜਾ ਪੰਜ ਭੂਤਕ ਸਰੀਰ ਆ ਸੰਸਾਰ ਦੇ ਵਿੱਚ ਛੱਡ ਕੇ ਹੈ ਨਾ ਦਰਗਾਹ ਨੂੰ ਚਲਿਆ ਜਾਵਾਂਗਾ। ਇਸ ਕਰਕੇ ਤੂੰ ਮੇਰੇ ਤੋਂ ਬਾਹਰ ਜਾਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਹੀਂ ਕਰਨਾ, ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਕਰਨੀ ਹੈਗੀ, ਜਿਸ ਤਰ੍ਹਾਂ ਪਰਿਵਾਰ ਹੈਗਾ ਇਸ ਤਰ੍ਹਾਂ ਪਰਿਵਾਰ ਦੀ ਜਿਹੜੀ ਸੰਭਾਲ ਕਰਨੀ ਆ। ਇਹ ਗੱਲਬਾਤ ਜਿਹੜੀ ਸੀ ਭਾਈ ਸਾਹਿਬ ਹੁਣਾਂ ਦੇ ਦਾਦਾ ਜੀ ਨੇ ਜਿਹੜੀ ਸੀ ਉਸ ਟਾਈਮ ਜਿਹੜੀ ਸੀ ਆਪਣੀ ਧਰਮ ਪਤਨੀ ਦੇ ਨਾਲ ਸਾਂਝੀ ਕੀਤੀ ਸੀ। ਜਦ ਇੰਨੀ ਗੱਲ ਹੋਈ ਆ ਅਤੇ ਇਹਨਾਂ ਦੀ ਦਾਦੀ ਜੀ ਕਹਿਣ ਲੱਗੇ, ਕਹਿੰਦੇ ਇਹ ਤਾਂ ਗੱਲ ਠੀਕ ਆ ਕਿ ਤੁਸੀਂ ਸਿੱਖੀ ਦੇ ਬਹੁਤ ਵੱਡੇ ਵਿਦਵਾਨ ਆ, ਗੁਰਬਾਣੀ ਦੇ ਜਿਹੜੇ ਗੂੜ੍ਹ ਰਹੱਸ ਹੈਗੇ ਆ ਉਹਨਾਂ ਤੋਂ ਚੰਗੀ ਤਰ੍ਹਾਂ ਜਾਣੂ ਆ ਅਤੇ ਤੁਸੀਂ ਆਪ ਜਿਹੜੇ ਹੈ ਨਾ ਗੁਰਬਾਣੀ ਦੇ ਬਹੁਤ ਜ਼ਿਆਦਾ ਪ੍ਰੇਮੀ ਆ, ਅਭਿਆਸੀ ਆ ਅਤੇ ਤੁਸੀਂ ਸੇਵਾਦਾਰ ਵੀ ਜਾਣੀ ਬਹੁਤ ਵੱਡੇ ਤਗੜੇ ਹੈਗੇ ਆ। ਪਰ ਕਹਿੰਦੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਤੁਸੀਂ ਆ ਜੋ ਬੋਲਦੇ ਹੈ ਨਾ ਕਿ ਮੈਂ ਜਿਹੜਾ ਹੈਗਾ ਸੰਸਾਰ ਤੋਂ ਚਲੇ ਜਾਣਾ ਹੈ, ਤੁਹਾਡਾ ਜੇ ਸਮਾਂ ਨਹੀਂ ਹੈ ਤੁਸੀਂ ਸੰਸਾਰ ਤੋਂ ਇੰਨੀ ਛੇਤੀ ਨਹੀਂ ਜਾ ਸਕਦੇ, ਕਿਉਂਕਿ ਤੁਹਾਡੇ ਤੋਂ ਪਹਿਲਾਂ ਹੈ ਨਾ ਮੈਂ ਇਸ ਸੰਸਾਰ ਤੋਂ ਚਲੀ ਜਾਊਂਗੀ। ਜਦ ਇੰਨੀ ਗੱਲ ਹੋਈ ਤੇ ਇਹਦੇ ਦਾਦਾ ਜੀ ਹੱਸ ਪਏ ਸੀ। ਉਹ ਕਹਿਣ ਲੱਗੇ ਕਿ ਤੈਨੂੰ ਕਿਵੇਂ ਪਤਾ ਹੈ ਭਗਵਾਨ ਨੇ ਕਿ ਮੈਂ ਜਿਹੜਾ ਸੰਸਾਰ ਤੋਂ ਇੰਨੀ ਛੇਤੀ ਨਹੀਂ ਜਾਣਾ ਅਤੇ ਤੂੰ ਜਿਹੜੀ ਹੈ ਬੋਲਦੀ ਹੈ ਕਿ ਮੈਂ ਤੇਰੇ ਤੋਂ ਪਹਿਲਾਂ ਹੀ ਚਲੇ ਜਾਵਾਂਗੀ, ਇਹ ਕਿਵੇਂ ਹੋ ਸਕਦਾ ਹੈ? ਅਤੇ ਇਹਦੀ ਦਾਦੀ ਜੀ ਕਹਿੰਦੇ ਸੀ, ਕਹਿੰਦੇ ਤੁਸੀਂ ਭਾਵੇਂ ਜਿੰਨੇ ਮਰਜ਼ੀ ਜਿਹੜੇ ਹੈਗੇ ਉਹ ਗਿਆਨੀ ਧਿਆਨੀ ਜਾਂ ਗੁਰਮੁਖ ਪਿਆਰੇ ਹੈਗੇ ਆ, ਸਿੱਖ ਸੰਗਤਾਂ ਦੇ ਵਿੱਚ ਤੁਹਾਡਾ ਜਿਹੜਾ ਬਹੁਤ ਭਾਰਾ ਸਤਿਕਾਰ ਹੈਗਾ, ਪਰ ਇਹ ਗੱਲ ਜਿਹੜੀ ਹੈ ਨਾ ਕਦੀ ਝੂਠ ਨਹੀਂ ਹੋ ਸਕਦੀ। ਮੈਂ ਤੁਹਾਡੇ ਤੋਂ ਪਹਿਲਾਂ ਆਪਣਾ ਪੰਜ ਭੂਤਕ ਸਰੀਰ ਛੱਡ ਕੇ ਦਰਗਾਹ ਦੇ ਵਿੱਚ ਚਲੀ ਜਾਊਂਗੀ ਅਤੇ ਤੁਸੀਂ ਮੇਰੇ ਤੋਂ ਬਾਅਦ ਦੇ ਵਿੱਚ ਆਉਣਾ। ਅਤੇ ਉਹ ਇਹਨਾਂ ਦੀ ਜਿਹੜੀ ਸੀਗੀ ਫਿਰ ਦਾਦੀ ਜੀ ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਇਸ ਗੱਲ ਨੂੰ ਤੁਸੀਂ ਆਪ ਜਿਹੜਾ ਅੱਖੀਂ ਦੇਖੋਗੇ। ਪਰ ਇਹਦੇ ਦਾਦਾ ਜੀ ਕਹਿੰਦੇ ਸੀ ਨਹੀਂ ਭੋਲੀਏ, ਤੂੰ ਭੋਲੀ ਗੱਲ ਕਰਦੀ, ਮੇਰਾ ਦਿਲ ਰੱਖਣ ਲਈ ਗੱਲ ਕਰਦੀ, ਅਸਲ ਦੇ ਵਿੱਚ ਮੈਂ ਹੈ ਨਾ ਸਭ ਤੋਂ ਪਹਿਲਾਂ ਸਰੀਰ ਛੱਡੂਗਾ। ਲੈ ਦੋਨਾਂ ਦਾ ਆਪਸ ਵਿੱਚ ਇਸ ਗੱਲ 'ਤੇ ਸੰਵਾਦ ਹੋਇਆ ਕਿ ਸਭ ਤੋਂ ਪਹਿਲਾਂ ਸਰੀਰ ਕੌਣ ਛੱਡੂਗਾ। ਪਰ ਕਿਉਂਕਿ ਇਹਨਾਂ ਦੀ ਦਾਦੀ ਜੀ ਜਿਹੜੇ ਸੀਗੇ ਉਹ ਸੱਚ ਦੇ ਉੱਤੇ ਜਿਹੜਾ ਸੀ ਪੂਰਨ ਪਹਿਰਾ ਦਿੰਦੇ ਹੁੰਦੇ ਸੀ। ਅਤੇ ਦੇਖੋ ਜਿਹੜੇ ਸੱਚ 'ਤੇ ਪਹਿਰਾ ਦਿੰਦੇ ਆ ਅਤੇ ਉਹਨਾਂ ਦੀ ਰਸਨਾ ਦੇ ਉੱਤੇ ਆਪ ਪਰਮੇਸ਼ਰ ਬੈਠਾ ਹੁੰਦਾ। ਅਤੇ ਸਾਨੂੰ ਗੁਰਬਾਣੀ ਨੇ ਵੀ ਆਖਿਆ ਹੈਗਾ ਕਿ ਮਿਥਿਆ ਨਾਹੀ ਰਸਨਾ ਪਰਸ ਮਨ ਮੇ ਪ੍ਰੀਤ ਨਿਰੰਜਨ ਦਰਸ। ਕਹਿੰਦੇ ਕਿ ਜਿਨ੍ਹਾਂ ਦੀ ਜੀਭ ਜਿਹੜੀ ਹੈਗੀ ਆ ਉਹ ਝੂਠ ਕਦੀ ਛੂੰਹਦੀ ਨਹੀਂ ਜ਼ਿੰਦਗੀ ਅਤੇ ਝੂਠ ਨੂੰ ਲਾਗੇ ਨਹੀਂ ਲੱਗਣ ਦਿੰਦੀ, ਟੱਚ ਨਹੀਂ ਹੋਣ ਦਿੰਦੀ, ਅਤੇ ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਦੀ ਜਿਹੜੀ ਪ੍ਰੀਤ ਵਾ ਉਸ ਪਰਮੇਸ਼ਰ ਦੇ ਦਰਸ਼ਨਾਂ ਦੀ ਉਹ ਹਮੇਸ਼ਾ ਜਿਹੜੀ ਉਹ ਬਰਕਰਾਰ ਰਹਿੰਦੀ, ਤਾਜ਼ੀ ਰਹਿੰਦੀ ਆ। ਸੋ ਦੇਖੋ ਇਸ ਤਰ੍ਹਾਂ ਹੀ ਹੋਇਆ ਜੋ ਉਹਨਾਂ ਦੀ ਦਾਦੀ ਜੀ ਦੇ ਬੋਲ ਸੀਗੇ। ਇਹਨਾਂ ਦੇ ਦਾਦੀ ਜੀ ਜਿਹੜੇ ਸੀਗੇ ਨੂੰ ਪਹਿਲਾਂ ਆਪਣਾ ਪੰਜ ਭੂਤਕ ਸਰੀਰ ਛੱਡ ਕੇ ਜਿਹੜੀ ਸੰਸਾਰ ਤੋਂ ਚਲੇ ਗਏ। ਜਦ ਸੰਸਾਰ ਤੋਂ ਚਲੇ ਗਏ ਤਾਂ ਫਿਰ ਦੇਖੋ ਫਿਰ ਇਹਨਾਂ ਦੇ ਦਾਦਾ ਜੀ ਜਿਹੜੇ ਸੀ ਉਹ ਇਕੱਲੇ ਹੀ ਰਹਿ ਗਏ। ਜਦ ਇਕੱਲੇ ਰਹਿ ਗਏ ਤਾਂ ਇਹ ਗੱਲ ਜਿਹੜੀ ਸੀ ਇਹਨਾਂ ਦੀ ਦਾਦੀ ਜੀ ਦੀ ਸਭ ਨੂੰ ਪਤਾ ਸੀਗਾ ਕਿ ਜੋ ਉਹਨਾਂ ਨੇ ਕਿਹਾ ਹੈਗਾ ਉਹ ਸੱਤ ਹੋ ਗਿਆ ਦੁਨੀਆ 'ਚ, ਕਿ ਮੈਂ ਆਪ ਤੁਹਾਡੇ ਤੋਂ ਪਹਿਲਾਂ ਜਿਹੜਾ ਆਪਣਾ ਪੰਜ ਭੂਤਕ ਸਰੀਰ ਛੱਡ ਕੇ ਹੈ ਨਾ ਸੰਸਾਰ ਤੋਂ ਚਲੀ ਜਾਊਂਗੀ। ਦੇਖੋ ਸਮਾਂ ਬਦਲਦਾ ਗਿਆ, 1 ਸਾਲ ਜਾਂ 2 ਸਾਲ ਜਾਂ, ਪਰ ਇਹਨਾਂ ਦੇ ਦਾਦਾ ਜੀ ਆਪਣੀ ਦਾਦੀ ਤੋਂ ਬਾਅਦ 25 ਸਾਲ ਤੱਕ ਇਸ ਸੰਸਾਰ ਦੇ ਵਿੱਚ ਰਹੇ ਆ ਅਤੇ ਆਪ ਜਿਹੜੀ ਉਹ ਸਿੱਖੀ ਦੀ ਸੇਵਾ ਕਰਦੇ ਰਹੇ ਆ। ਪਰ ਇਹਨਾਂ ਦੇ ਦਾਦੀ ਜੀ ਨੇ ਜੋ ਗੱਲ ਕਹੀ ਸੀ ਸੱਚ ਦੇ ਵਿੱਚ ਕਿ ਮੈਂ ਤੁਹਾਡੇ ਤੋਂ ਪਹਿਲਾਂ ਦਰਗਾਹ 'ਚ ਜਾਊਂਗੀ, ਇਸ ਗੱਲ ਨੂੰ ਤੁਸੀਂ ਜਿਹੜਾ ਹੈ ਨਾ ਤੁਹਾਡੇ ਆਪਣੀਆਂ ਅੱਖਾਂ ਦੇ ਸਾਹਮਣੇ ਦੇਖੋਗੇ। ਅਤੇ ਇਸ ਤਰ੍ਹਾਂ ਹੋਇਆ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸੱਚ ਵਾ, ਉਹਨਾਂ ਦੀ ਰਸਨਾ ਦੇ ਵਿੱਚ ਸੱਚ ਵਾ, ਉਹਨਾਂ ਦਾ ਇੱਕ ਇੱਕ ਬੋਲ ਸੱਚ ਹੈਗਾ। ਅਤੇ ਇਹੋ ਜਿਹੇ ਜਿਹੜੇ ਗੁਰਮੁਖ ਪਿਆਰੇ ਹੁੰਦੇ, ਅਗਰ ਕਿਸੇ ਦੇ ਨਾਲ ਕੋਈ ਗੱਲ ਸਾਂਝੀ ਵੀ ਕਰਨ ਅਤੇ ਉਹਨਾਂ ਦੀ ਕਹੀ ਹੋਈ ਗੱਲ ਜਿਹੜੀ ਹੈ ਨਾ ਫਿਰ ਉਹ ਪੱਥਰ 'ਤੇ ਲਕੀਰ ਹੁੰਦੀ ਆ,
ਉਸ ਨੂੰ ਫਿਰ ਕੋਈ ਮਿਟਾ ਨਹੀਂ ਸਕਦਾ, ਕਿਉਂ? ਵਾਹਿਗੁਰੂ ਆਪ ਉਹਨਾਂ ਦੀ ਰਸਨਾ 'ਤੇ ਵਸਦਾ ਹੈ। ਇਹ ਸੱਚ ਬੋਲਣ ਦੀ ਕਲਾ ਹੈਗੀ ਆ। ਅਤੇ ਪਰ ਬਹੁਤ ਘੱਟ ਐਸੇ ਗੁਰਮੁਖ ਪਿਆਰੇ ਹੁੰਦੇ ਆ ਜਾਂ ਨਾ ਮਾਤਰ ਹੁੰਦੇ ਜਿਹੜੇ ਸੱਚ ਦੇ ਉੱਤੇ ਪਹਿਰਾ ਦਿੰਦੇ ਆ। ਪਰ ਜਿਹੜੇ ਸੱਚ 'ਤੇ ਪਹਿਰਾ ਦੇ ਦਿੰਦੇ ਆ, ਉਹ ਆਪ ਮਹਾਂਪੁਰਖਾਂ ਦਾ ਪਰਮੇਸ਼ਰ ਦਾ ਰੂਪ ਹੋ ਜਾਂਦੇ। ਜਿਵੇਂ ਸੰਤ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਨੰਦ ਸਿੰਘ ਜੀ, ਜਿੰਨੇ ਵੀ ਮਹਾਂਪੁਰਖ ਹੋਇਆ, ਉਹਨਾਂ ਨੇ ਸੱਚ ਦੀ ਕਮਾਈ ਕੀਤੀ ਅਤੇ ਸੱਚ ਦਾ ਰੂਪ ਹੋ ਗਏ। ਪਰ ਇੱਥੇ ਜਿਨ੍ਹਾਂ ਨੇ ਸੱਚ ਦੇ ਇੱਕ ਗੁਣ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਕਿ ਆਪਣੀ ਰਸਨਾ ਦੇ ਉੱਤੇ ਕਦੀ ਝੂਠ ਨਾਂ ਦੀ ਚੀਜ਼ ਨਹੀਂ ਜਿਹੜੀ ਲਿਆਉਣ ਦਿੱਤੀ, ਅਤੇ ਦੇਖੋ ਉਹਨਾਂ ਦੀ ਜ਼ਿੰਦਗੀ ਜਿਹੜੀ ਲੋਕ ਸੁਖੀਆ ਅਤੇ ਪਰਲੋਕ ਸਹਿਲਾ ਹੋਈ ਹੈ। ਸੋ ਸੱਚ ਦੀ ਜਿਹੜੀ ਨਾ ਐਸੀ ਕਲਾ ਹੈ, ਅਤੇ ਸਾਨੂੰ ਗੁਰਬਾਣੀ ਨੇ ਵੀ ਆਖਿਆ ਹੈ ਕਿ ਸੱਚ ਸਭਨਾ ਹੋਏ, ਦਾਰੂ ਪਾਪ ਕੱਢੇ ਧੋਏ, ਨਾਨਕ ਬਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ। ਜਿਨ੍ਹਾਂ ਦੇ ਅੰਦਰ ਸੱਚ ਵਾ ਨਾ, ਜਿਨ੍ਹਾਂ ਨੇ ਸੱਚ ਨੂੰ ਲੜ ਦੇ ਨਾਲ ਪੱਲੇ ਨਾ ਬੰਨਿਆ ਹੈਗਾ, ਅਤੇ ਬਸ ਉਹਨਾਂ ਦੀ ਇਸ ਲੋਕ ਅਤੇ ਪਰਲੋਕ ਦੋਨਾਂ ਦੇ ਵਿੱਚ ਜੈ ਜੈਕਾਰ ਹੁੰਦੀ ਆ। ਅਤੇ ਇਹ ਜਿਹੜੀ ਸਾਰੀ ਖੇਡ ਹੈਗੀ ਆ, ਇਹ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਸਦਕੇ ਜਿਹੜੇ ਹੈ ਨਾ, ਉਹਨਾਂ ਗੁਰਮੁਖ ਪਿਆਰਿਆਂ ਦੇ ਉੱਪਰ ਵਰਤਦੀ ਆ, ਜਿਨ੍ਹਾਂ ਦੀ ਰਸਨਾ ਦੇ ਉੱਤੇ ਸੱਚ ਪ੍ਰਧਾਨ ਹੁੰਦਾ ਹੈਗਾ। ਸੋ ਦਾਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।